देखो पहला तो ये नहीं वापरना चाहिए जी सारा कुछ होया वा बिल्कुल नहीं होना चाहिए भावें ये सरकार दे कॉन्स्पिरेसी ही या ये कुछ शरारती अंसर विच वड़ के उन्होंने किया ये नहीं ही वापरना चाहिए। झंडे उन्होंने आपका निशान लाया है ना कि किसी का लाया है तो वो तो बहुत उच्चा निशान लगा हुआ है राष्ट्रीय झंडा तो कोई है ही नहीं, कोई मसला होया ही नहीं, कोई झगड़ा नहीं होया, कोई कुछ नहीं होया। ਤੁਸੀਂ ਦੂਸਰੀਆਂ ਵੀਡੀਓ ਵੇਖੋ ਜਿਹਦੇ ਵਿੱਚ ਪੁਲਿਸ ਅਫਸਰ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਕਿਵੇਂ ਕਾਰਾਂ ਦੇ ਸ਼ੀਸ਼ੇ ਭੰਨ ਰਹੇ ਆ, ਕਿਵੇਂ ਟਰੈਕਟਰਾਂ ਦੀਆਂ ਲਾਈਟਾਂ ਤੋੜ ਰਹੇ, ਕਿਵੇਂ ਜਿਹੜੇ ਤਿਰੰਗਾ ਜਿਹੜਾ ਉਹਨੂੰ ਕਿਵੇਂ ਪੈਰਾਂ 'ਚ ਸੁੱਟ ਰਹੇ ਆ। 26 जनवरी का दिन होवे उत्थे जिहड़ा प्राइम मिनिस्टर ने आना होवे होर सारी जिहड़े प्रायोरिटी के लीडरां ने आना होवे ते ओहदी कोई बंदोबस्त ही ना करे सरकार। ये सारा कुछ जिहड़ा गौरमेंट का प्लान किया ही इन्हां ने उन्हां लोकां नूं जाण के जान दिता उधर नूं दिल्ली वाल नूं लाल किले वाल नूं ते सारा कुछ जो वापरिया इहदे च किते ना किते जिहड़ी सरकार किसानां नालों वध जिम्मेवारी जिहड़ी ओह सरकार दी बनदी। D4 न्यूज़ देख रहे तमाम दोस्तों को दीपक भंडारी का नमस्कार। 26 जनवरी को दिल्ली में जो कुछ हुआ, लाल किले पर निशान साहब का झंडा फहराया गया, दिल्ली पुलिस की ओर से कई लोगों पर मामला दर्ज किया गया, कुछ लोग मिल नहीं रहे हैं। इसी को लेकर आज पंजाब डॉक्यूमेंटेशन एंड एडवोकेसी प्रोजेक्ट और पंजाब ह्यूमन राइट ऑर्गेनाइजेशन, खालड़ा मिशन ऑर्गेनाइजेशन, लॉयर ऑफ ह्यूमन राइट्स इंटरनेशनल, पीपल्स यूनियन फॉर सिविल लिबर्टीज़ की ओर से प्रेस कॉन्फ्रेंस की जा रही है। हमारे साथ हैं एडवोकेट सरबजीत सिंह वेरका, इनके साथ बात करते हैं। सत श्री अकाल वेरका साहब। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। वेरका जी, ਜਿਹੜਾ 26 जनवरी ਨੂੰ ਜੋ ਕੁਝ ਵੀ ਦਿੱਲੀ 'ਚ ਵਾਪਰਿਆ ਹੈ ਉਹਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਵੇਖੋ ਪਹਿਲਾਂ ਤਾਂ ਇਹ ਨਹੀਂ ਵਾਪਰਨਾ ਚਾਹੀਦਾ ਜਿਹੜੀ ਸਾਰਾ ਕੁਝ ਹੋਇਆ ਵਾ ਬਿਲਕੁਲ ਨਹੀਂ ਹੋਣਾ ਚਾਹੀਦਾ ਭਾਵੇਂ ਇਹ ਸਰਕਾਰ ਦੇ ਕੌਨਸਪੀਰੇਸੀ ਹੀ ਜਾਂ ਇਹ ਕੁਝ ਸ਼ਰਾਰਤੀ ਅੰਸਰ ਵਿੱਚ ਵੜ ਕੇ ਉਹਨਾਂ ਨੇ ਕੀਤਾ ਇਹ ਨਹੀਂ ਹੀ ਵਾਪਰਨਾ ਚਾਹੀਦਾ। ਅੱਛਾ, ਇੱਕ ਜਿਹੜਾ ਝੰਡੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਲਾਲ ਕਿਲੇ ਤੇ ਝੰਡਾ ਫਹਰਾਤਾ ਗਿਆ, ਨਿਸ਼ਾਨ ਸਾਹਿਬ ਸੀਗਾ ਪਰ ਤਿਰੰਗੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਕੀ ਇਹਨੂੰ ਲੈ ਕੇ ਵੀ FIR ਦਰਜ ਕੀਤੀ ਗਈ ਕੋਈ? ਵੇਖੋ ਜਿਹੜੀਆਂ 33 FIR ਦਰਜ ਕੀਤੀਆਂ ਦਿੱਲੀ ਪੁਲਿਸ ਨੇ ਉਹਦੇ ਵਿੱਚ ਝੰਡੇ ਦਾ ਕਿਸੇ ਵੀ ਇਸ਼ੂ ਨਹੀਂ ਹੈਗਾ ਕਿਉਂਕਿ ਸਾਨੂੰ ਲੱਗਦਾ ਵੀ ਜਿਹੜਾ ਝੰਡਾ ਸੀ ਉਹ ਨਿਸ਼ਾਨ ਸਾਹਿਬ ਹੀ ਜਿਹੜਾ ਆਮ ਸਾਰੇ ਗੁਰਦੁਆਰਾ ਸਾਹਿਬ 'ਚ ਝੂਲਦਾ ਵਾ ਦੁਨੀਆ 'ਚ ਸਾਰੇ ਦੁਨੀਆ 'ਚ ਜਿਹੜਾ ਉਹ ਝੂਲਦਾ ਈਵਨ ਕਿ ਆਪਾਂ ਪ੍ਰਾਈਮ ਮਿਨਿਸਟਰ ਜਦੋਂ ਉਹ ਜਾਂਦੇ ਆ ਗੁਰਦੁਆਰਾ ਸਾਹਿਬ 'ਚ ਉਹ ਵੀ ਉਹਨੂੰ ਨਮਸਕਾਰ ਹੁੰਦੇ ਆ। ਫਿਰ ਆਪਾਂ ਚਾਈਨਾ ਬਾਰਡਰ 'ਤੇ ਦੇਖਿਆ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਿਹੜਾ ਉਹ ਗਏ ਆ ਤੇ ਉੱਥੇ ਵੀ ਇਹ ਝੰਡਾ ਜਿਹੜਾ ਵਾ ਚੜਾਇਆ ਗਿਆ ਸੀ ਤੇ ਇਸ ਕਰਕੇ ਸਾਨੂੰ ਲੱਗਦਾ ਵੀ ਝੰਡੇ ਦਾ ਕੋਈ ਇਸ਼ੂ ਨਹੀਂ ਹੈਗਾ। ਇਹ ਨਿਸ਼ਾਨ ਸਾਹਿਬ ਹੈ ਸਿੱਖਾਂ ਦੀ ਇੱਕ ਜਿਹੜੀ ਪਹਿਚਾਣ ਆ ਤੇ ਇਹ ਜਿਹੜਾ ਜਾਣਬੁੱਝ ਕੇ ਇਸ਼ੂ ਬਣਾਇਆ ਜਾਂਦਾ ਜਿਹੜੇ ਕੇਸ ਦਰਜ ਹੋਏ ਆ ਸਿਰਫ ਉਹ ਜਿਹੜੀ ਹਿੰਸਾ ਹੋਈ ਆ ਦਿੱਲੀ 'ਚ ਉਹਦੇ ਬਾਰੇ ਆ ਨਾ ਕਿ ਝੰਡੇ ਬਾਰੇ। 33 ਦੀਆਂ 33 ਜਿਹੜੀ FIR ਤੁਸੀਂ ਕਹਿੰਦੇ ਹੋ ਦਰਜ ਹੋਈਆਂ ਦਿੱਲੀ ਪੁਲਿਸ ਵੱਲੋਂ ਕੀਤੀਆਂ ਗਈਆਂ ਉਹ ਸਾਰੀਆਂ ਦੀਆਂ ਸਾਰੀਆਂ ਹਿੰਸਾ ਨੂੰ ਲੈ ਕੇ ਕੀਤੀਆਂ ਗਈਆਂ ਜਾਂ ਕੁਝ ਹੋਰ ਵੀ ਉਹ ਤੇ ਜਿਹੜੇ ਆ ਉਹ ਚਾਰजेस ਲਗਾਏ ਗਏ ਆ? ਵੇਖੋ ਉਹਦੇ 'ਚ ਉਹਨਾਂ ਨੇ ਇੱਕ ਤਾਂ ਹੈਗਾ ਵੀ ਜਿਹੜਾ ਇਹਨਾਂ ਬਗੈਰ ਇਜਾਜ਼ਤ ਤੋਂ ਜਿਹੜਾ ਦਿੱਲੀ ਐਂਟਰ ਕੀਤੇ ਆ ਇਹਨਾਂ ਦੇ ਇਹ ਐਲੀਗੇਸ਼ਨ ਆ। ਦੂਸਰੇ ਇਹਨਾਂ ਦੇ ਹੈਗੇ ਵੀ ਉੱਤੇ ਹਿੰਸਾ ਕੀਤੀ ਆ, ਕੁੱਟਮਾਰ ਕੀਤੀ ਆ, ਜਿਹੜੇ ਡਿਊਟੀ ਤੇ ਪੁਲਿਸ ਅਫਸਰ ਸੀ ਉਹਨਾਂ ਨੂੰ ਡਿਊਟੀ ਨਹੀਂ ਕਰਨ ਦਿੱਤੀ। ਇਹ ਸਾਰੀਆਂ ਚੀਜ਼ਾਂ ਬਾਰੇ ਆ ਪਰ ਇਹਦਾ ਜਿਹੜਾ ਇਹ ਫਸਟ ਇਨਫੋਰਮੇਸ਼ਨ ਆ ਜਿਹੜੀ ਉਹਨਾਂ ਨੇ ਆਪਣੇ ਹਿਸਾਬ ਨਾਲ ਇੱਕ ਆਪਣੀ ਕੰਪਲੇਂਟ ਤੇ ਕੀਤੀ ਆ। ਜਦੋਂ ਇਹਦੇ ਵਿੱਚ ਗਾਂ ਇਨਵੈਸਟੀਗੇਸ਼ਨ ਤੇ ਬਾਅਦ ਜਿਹੜਾ ਐਵੀਡੈਂਸ ਆਊਗਾ ਉਹਦੇ ਵਿੱਚ ਸਾਬਤ ਹੋ ਜਾਊਗਾ ਵੀ ਇਹ ਸਾਰਾ ਕੁਝ ਜਿਹੜਾ ਗੌਰਮੈਂਟ ਦਾ ਪਲਾਨ ਕੀਤਾ ਸੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਜਾਣ ਕੇ ਜਾਣ ਦਿੱਤਾ ਉਧਰ ਨੂੰ ਦਿੱਲੀ ਵੱਲ ਨੂੰ ਲਾਲ ਕਿਲੇ ਵੱਲ ਨੂੰ ਤੇ ਸਾਰਾ ਕੁਝ ਜੋ ਵਾਪਰਿਆ ਇਹਦੇ 'ਚ ਕਿਤੇ ਨਾ ਕਿਤੇ ਜਿਹੜੀ ਸਰਕਾਰ ਕਿਸਾਨਾਂ ਨਾਲੋਂ ਵੱਧ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ। ਸਰਬਜੀਤ ਜੀ ਦੇਖੋ ਅਸੀਂ ਵੀ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੈ ਕਿ ਕੁਝ ਕਿਸਾਨ ਜਿਹੜੇ ਆ ਉਹ ਡਾਂਗਾ ਮਾਰ ਰਹੇ ਆ ਪੁਲਿਸ ਵਾਲਿਆਂ ਨੂੰ ਵੀ, ਪੁਲਿਸ ਵਾਲੇ ਇੱਕ ਉਤੋਂ ਛਾਲਾ ਮਾਰ ਕੇ ਥੱਲੇ ਜਾ ਰਹੇ ਆ ਵੀ ਇਹ ਤੁਹਾਨੂੰ ਲੱਗਦਾ ਵੀ ਇਹ ਸਰਕਾਰ ਦੀ ਕੁਝ ਸੁਨਿਯੋਜਿਤ ਤਰੀਕੇ ਨਾਲ ਇਹ ਪੂਰਾ ਇਹ ਘੜੀ ਗਈ ਸਾਰੀ ਗੱਲਬਾਤ? ਵੇਖੋ ਪਹਿਲਾਂ ਤੁਸੀਂ 2 ਮਹੀਨੇ ਤੋਂ ਠੰਡ 'ਚ ਜਿਹੜੇ ਆ ਦਿੱਲੀ ਬਾਰਡਰ 'ਤੇ ਬੈਠੇ ਆ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਤੁਹਾਡੇ ਦੇਸ਼ ਦੇ ਉਹ ਨਾਗਰਿਕ ਆ, ਕਨਸਟੀਟਿਊਸ਼ਨ ਰਾਈਟ ਆ ਉਹਨਾਂ ਦਾ ਪ੍ਰੋਟੈਸਟ ਕਰਨਾ। ਤੁਸੀਂ 12 ਮੀਟਿੰਗਾਂ ਕੀਤੀਆਂ ਜੀ ਉਹਨਾਂ ਨੇ? 12 ਮੀਟਿੰਗਾਂ ਕੀਤੀਆਂ ਪਰ ਉਹਨਾਂ ਨੇ ਉਹਨਾਂ ਨੂੰ ਦਿੱਤਾ ਕੀ ਆ? ਤੁਸੀਂ ਕਹਿ ਰਹੇ ਜੇ ਤਿੰਨੇ ਕਾਨੂੰਨ ਕਿਸਾਨਾਂ ਦੇ ਭਲੇ ਲਈ ਆ, ਠੀਕ ਹੈ, ਤਾਂ ਤੁਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕਦੇ ਵੀ ਭਲਾ ਕੀ ਆ ਤੁਹਾਡਾ ਇਹਦੇ 'ਚ। ਤੁਸੀਂ ਉਹਦੇ 'ਚ ਫੇਲ ਜੇ। ਸਿਰਫ ਇਹ ਜਿਹੜੇ ਕਾਰਪੋਰੇਟ ਹਾਊਸ ਆ ਰਿਲਾਇੰਸ ਜਾਂ ਅਦਾਨੀ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਕਾਨੂੰਨ ਪਾਸ ਹੋਏ ਆ। ਇਹਦੇ ਨਾਲ ਹਰ ਇੱਕ ਬੰਦਾ ਇਫੈਕਟ ਹੋਊਗਾ ਅੱਗੇ ਜਾ ਕੇ ਜਿਹੜਾ ਵਾ। ਇਹ ਸਿਰਫ ਕਿਸਾਨ ਜਿਹੜੇ ਆ ਇਹਦੇ ਨਾਲ ਇਫੈਕਟ ਨਹੀਂ ਹੋਣਗੇ, ਹਰ ਇੱਕ ਬੰਦੇ ਨੂੰ ਇਹਦਾ ਜਿਹੜਾ ਵਾ ਅਸਰ ਦਿਖੂਗਾ ਅੱਗੇ ਜਾ ਕੇ। ਤੇ ਜਿਹੜਾ ਆਪਾਂ ਇਹ ਗੱਲ ਕਰਦੇ ਆ ਵੀ ਜਿਹੜਾ ਉਹਨਾਂ ਨੂੰ ਡੰਡੇ ਮਾਰੇ ਜਾਂ ਆਹ ਕੀਤਾ ਵਾ ਇਹ ਆਪਾਂ ਇੱਕ ਪੱਖ ਆ। ਤੁਸੀਂ ਦੂਸਰੀਆਂ ਵੀਡੀਓ ਵੇਖੋ ਜਿਹਦੇ ਵਿੱਚ ਪੁਲਿਸ ਅਫਸਰ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆ ਕਿਵੇਂ ਕਾਰਾਂ ਦੇ ਸ਼ੀਸ਼ੇ ਭੰਨ ਰਹੇ ਆ, ਕਿਵੇਂ ਟਰੈਕਟਰਾਂ ਦੀਆਂ ਲਾਈਟਾਂ ਤੋੜ ਰਹੇ, ਕਿਵੇਂ ਜਿਹੜੇ ਤਿਰੰਗਾ ਜਿਹੜਾ ਉਹਨੂੰ ਕਿਵੇਂ ਪੈਰਾਂ 'ਚ ਸੁੱਟ ਰਹੇ ਆ। ਅੱਛਾ, ਤੁਹਾਡਾ ਇਹ ਕਹਿਣਾ ਹੈ ਕਿ ਪੂਰੀ ਸਾਜ਼ਿਸ਼ ਸੋਚੀ ਸਮਝੀ ਸਾਜ਼ਿਸ਼ ਜਿਹੜੀ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਦਿੱਲੀ ਗਵਰਨਮੈਂਟ ਨੇ ਜਾਂ ਕੇਂਦਰ ਸਰਕਾਰ ਵੱਲੋਂ ਰਚੀ ਗਈ ਹੈ?
ਜਿਸ ਤਰ੍ਹਾਂ ਇਹ ਸਾਰਾ ਕੁਝ ਉਹਨਾਂ ਨੂੰ ਦਿੱਲੀ ਐਂਟਰ ਕਰਨ ਜਾਣ ਦਿੱਤਾ ਗਿਆ, ਕਿਵੇਂ ਉਹ ਅੱਗੇ ਗਏ ਆ, ਕਿਸਾਨ ਆਗੂ ਤੇ ਪਹਿਲਾਂ ਹੀ ਇਸ ਗੱਲ ਦੀ ਐਪਰੀਹੈਂਸ਼ਨ ਜਿਹੜੀ ਉਹ ਜ਼ਾਹਰ ਕਰਨ ਦੇ ਸੀ ਵੀ ਇਹ ਸਾਰਾ ਕੁਝ ਹੋਊਗਾ, ਕਿਉਂਕਿ ਉਹਨਾਂ ਦੇ ਵਿੱਚ ਇਹਨਾਂ ਨੇ ਇਹੋ ਜਿਹੇ ਬੰਦੇ ਵਾੜੇ ਸੀ ਵੀ ਜਿਹੜੇ ਇਹ ਸਾਰਾ ਕੁਝ ਕਰਨਗੇ। ਫਿਰ ਇਹਦੇ 'ਚ ਸਭ ਤੋਂ ਜਿਹੜੀ ਤੁਸੀਂ ਉੱਥੇ ਪੁਲਿਸ ਅਫਸਰ ਵੇਖੋ, ਤੁਹਾਡੀ ਡਿਊਟੀ ਕੀ ਹੈ, ਤੁਸੀਂ ਜਦੋਂ ਤੁਸੀਂ ਨੌਕਰੀ ਜੁਆਇਨ ਕਰਦੇ ਜੇ ਤੁਹਾਨੂੰ ਸਹੁੰ ਚੁਕਾਈ ਜਾਂਦੀ ਸੰਵਿਧਾਨ ਦੀ, ਠੀਕ ਹੈ ਵੀ ਤੁਸੀਂ ਆਪਣੀ ਡਿਊਟੀ ਕਰੋਗੇ, ਤਨ ਮਨ ਧਨ ਨਾਲ ਜੋ ਵੀ ਤੁਸੀਂ ਉੱਥੇ ਜਾਨ ਵੀ ਦੇਣੀ ਪੈਂਦੀ ਦਿਓਗੇ। ਤੁਸੀਂ ਉੱਥੇ ਸਾਈਡ ਤੇ ਲੱਗ ਕੇ ਖੜੇ ਜੇ ਤੇ ਉਹ ਝੰਡਾ ਚੜਾ ਰਹੇ ਆ, ਫਿਰ ਉਹਦੇ ਵਿੱਚ ਕਸੂਰ ਜੇ ਲਾਈਏ ਵੀ ਉਹਨਾਂ ਨੌਜਵਾਨਾਂ ਦਾ ਨਹੀਂ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਕੀਤੀ, ਉਹਨਾਂ ਦਾ ਹੈਗਾ। ਇਹ ਸਭ ਤੋਂ ਪਹਿਲਾਂ ਤੇ ਦਿੱਲੀ ਪੁਲਿਸ ਦੇ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਘਰਾਂ ਨੂੰ ਭੇਜਣ, ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਤੇ ਫਿਰ ਇਹ ਦੂਜੀ ਗੱਲ ਕਰਨ। ਅੱਛਾ ਵੇਰਕਾ ਸਾਹਿਬ, ਦੇਖਣ ਜਾਇਆ ਕਿ ਲਾਲ ਕਿਲੇ ਦੀ ਜਦੋਂ ਸੁਰੱਖਿਆ 26 ਜਨਵਰੀ ਹੁੰਦੀ ਹੈ, 15 ਅਗਸਤ ਹੁੰਦੀ ਹੈ, ਲਾਲ ਕਿਲੇ ਦੀ ਪੂਰੀ ਸੁਰੱਖਿਆ ਕੀਤੀ ਜਾਂਦੀ ਹੈ। ਉੱਥੇ ਹਜ਼ਾਰਾਂ ਲੋਕ ਕਿਸ ਤਰ੍ਹਾਂ ਅੰਦਰ ਦਾਖਲ ਹੋ ਗਏ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ? ਵੇਖੋ, ਜਿਹੜੀ ਝਾਕੀਆਂ ਨਿਕਲਦੀਆਂ 26 ਜਨਵਰੀ ਨੂੰ ਉਹ ਸਾਰੀਆਂ ਲਾਲ ਕਿਲੇ ਤੋਂ ਜਾਂਦੀਆਂ, ਉੱਥੇ ਤਿਆਰ ਹੁੰਦੀਆਂ ਵਾ, ਉੱਥੇ ਰੱਖੜੀਆਂ ਹੁੰਦੀਆਂ, ਉੱਥੋਂ ਜਾਂਦੀਆਂ ਤੇ ਫਿਰ ਵਾਪਸ ਜਦੋਂ ਉੱਥੇ ਸਾਰਾ ਪਰੇਡ ਤੋਂ ਹੋ ਕੇ ਤੇ ਵਾਪਸ ਉੱਥੇ ਆਉਂਦੀਆਂ ਵਾ। ਆਪਾਂ ਵੇਖਿਆ ਹੋਊਗਾ ਜਿਹੜੀਆਂ ਵੀਡੀਓ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਤੇ ਚੱਲਣ ਦੀਆਂ, ਉਹਦੇ ਵਿੱਚ ਵੀ ਉਹ ਝਾਕੀਆਂ, ਖਾਸ ਕਰਕੇ ਜਿਹੜੀ ਰਾਮ ਮੰਦਿਰ ਦੀ ਝਾਕੀ ਆ ਉਹ ਬਾਰ-ਬਾਰ ਉੱਥੇ ਦਿਖਾਈ ਗਈ ਚੈਨਲਾਂ ਤੇ। ਤੁਸੀਂ ਇਹ ਸੋਚੋ ਵੀ ਜੇ ਐਡੀ ਇੰਪੋਰਟੈਂਟ ਜਗ੍ਹਾ ਜਿੱਥੇ ਇੰਨਾ ਤੁਹਾਡਾ ਉਹ ਜਿਹੜਾ ਸਾਰਾ ਹੀ ਤੁਹਾਡਾ 26 ਜਨਵਰੀ ਵਾਲਾ ਸਾਰਾ ਜਿਹੜਾ ਤੁਸੀਂ ਜੋ ਤਿਆਰੀਆਂ ਕੀਤੀਆਂ ਉੱਥੇ ਪਈਆਂ ਵਾ, ਤਾਂ ਤੁਸੀਂ ਉੱਥੇ ਜਿਹੜਾ ਵਾ ਕੋਈ ਸਿਕਿਉਰਿਟੀ ਨਹੀਂ ਰੱਖੀ। ਫਿਰ 15 ਅਗਸਤ ਤੇ 26 ਜਨਵਰੀ ਇਹ ਦੋਵੇਂ ਦਿਨ ਤੁਸੀਂ 15 ਅਗਸਤ ਨੂੰ ਵੇਖਿਆ ਹੋਊਗਾ ਵੀ ਝੰਡਾ ਲਾਲ ਕਿਲੇ ਤੇ ਜਿਹੜਾ ਚੜਾਇਆ ਜਾਂਦਾ ਵਾ, ਉਹ ਪੋਲ ਜਿਹੜਾ ਲੱਗਾ ਵਾ ਉਹਦੇ ਤੇ ਝੰਡਾ ਚੜਾਇਆ ਜਾਂਦਾ। ਤੁਸੀਂ ਉੱਥੇ ਇੰਨੀ ਅਣਗਹਿਲੀ ਜਾਂ ਡੈਲੀਬਰੇਟਲੀ ਤੁਸੀਂ ਜਾਣਬੁੱਝ ਕੇ ਉਹ ਕੀਤਾ ਵਾ। ਇਹਦੇ ਲਈ ਇਹਨਾਂ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਉਣ ਦੀ ਪਹਿਲਾਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਲੈਂਦੇ ਹੋਏ ਪਹਿਲੇ ਤਾਂ ਜਿਹੜਾ ਗ੍ਰਹਿ ਮੰਤਰੀ ਹੈ ਇਹਨੂੰ ਅਸਤੀਫਾ ਦੇਣਾ ਚਾਹੀਦਾ ਵੀ ਇਹ ਸਾਰਾ ਕੁਝ ਜੋ ਵਾਪਰਿਆ ਇਹਦੀ ਨੈਗਲੀਜੈਂਸ ਜਾਂ ਇਹਦੀ ਫੇਲਰ ਤੇ ਜਾਂ ਇਹਦੀ ਕੌਨਸਪੀਰੇਸੀ ਕਰਕੇ ਹੋਇਆ ਵਾ। ਜੇ ਇੱਕ ਹਫ਼ਤਾ ਪਹਿਲਾਂ ਤੁਹਾਨੂੰ ਕਿਸੇ ਨੇ ਇਹ ਕਿਹਾ ਵਾ ਵੀ ਉੱਥੇ ਝੰਡਾ ਚੜਾਊਂਗਾ, $2.5 ਲੱਖ ਬਾਹਰੋਂ ਕੋਈ ਕਹਿ ਰਿਹਾ ਵਾ, ਤੇ ਫਿਰ ਤਾਂ ਤੁਹਾਡੀ ਜ਼ਿੰਮੇਵਾਰੀ ਵੀ ਉੱਥੇ ਸਿਕਿਉਰਿਟੀ ਵਧਾਉਂ ਦਿਓ। ਸਿੱਖ ਫॉर ਜਸਟਿਸ ਵੱਲੋਂ ਇਹ ਕਿਹਾ ਗਿਆ ਸੀਗਾ ਵੀ ਸਿੱਖਸ ਫॉर ਜਸਟਿਸ ਵੱਲੋਂ ਕਿਹਾ ਗਿਆ ਸੀ, ਪਰ ਜੇ ਉਹਨੇ ਇੱਕ ਹਫ਼ਤਾ ਪਹਿਲਾਂ ਕਿਹਾ ਸੀ ਤੇ ਤੁਸੀਂ ਉਹ ਸਾਰਾ ਕੁਝ ਵਾਪਰਨ ਦਿੱਤਾ, ਤੁਸੀਂ ਉੱਥੇ ਕੋਈ ਸਿਕਿਉਰਿਟੀ ਨਹੀਂ ਕੀਤੀ, ਤੇ ਇਹਦੇ ਲਈ ਉਹ ਜ਼ਿੰਮੇਵਾਰ ਇਹ ਲੋਕ ਨਹੀਂ ਗਏ, ਤੁਸੀਂ ਜ਼ਿੰਮੇਵਾਰ ਜੇ। ਤੁਹਾਨੂੰ ਇਮੀਡੀਏਟ ਜਿਹੜਾ ਇਹਦਾ ਹੋਮ ਮਿਨਿਸਟਰ ਹੈ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਇਹਦੇ ਲਈ। ਅੱਛਾ ਵੇਰਕਾ ਜੀ, ਤੁਹਾਡਾ ਫਿਰ ਇਹ ਕਹਿਣਾ ਹੈ ਵੀ ਜੇ ਕਿਸਾਨਾਂ ਦਾ ਅੰਦੋਲਨ ਇਹ ਉਸ ਤਰ੍ਹਾਂ ਦਬਾਅ 'ਚ ਕਾਮਯਾਬ ਨਹੀਂ ਹੋਏ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅੰਦੋਲਨ ਹੋ ਰਿਹਾ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਨ ਲਈ, ਤੇ ਇਹਨਾਂ ਨੇ ਨਵੀਂ ਚਾਲ ਖੇਡੀ ਵੀ ਇਹਨਾਂ ਨੂੰ ਬਦਨਾਮ ਕਰਤਾ ਜਾਏ ਤਾਂ ਕਿ ਆਪਣੇ ਆਪ ਇਹਨਾਂ ਦਾ ਅੰਦੋਲਨ ਜਿਹੜਾ ਹੈ ਉਹ ਪਿੱਛੇ ਚਲਾ ਜਾਏ। ਬਿਲਕੁਲ, ਕਿਉਂਕਿ 2 ਮਹੀਨੇ ਤੋਂ ਆਪਾਂ ਨੂੰ ਜਿਹੜਾ ਦਿਖਦਾ ਸੀ ਵੀ ਉਹ ਇੰਨੇ ਪੀਸਫੁਲ ਲੱਗੇ ਸੀ, ਸਰਕਾਰ ਕੋਲ ਕੋਈ ਰਸਤਾ ਨਹੀਂ ਲੱਭਣ ਦਿਆ, ਫਿਰ ਉਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ। ਉਹ ਸਾਰੇ ਜਾਣੇ ਜਿਹੜੇ ਪੜ੍ਹੇ ਲਿਖੇ ਕਿਸਾਨਾਂ ਦੇ ਲੀਡਰ ਜਿਹੜੇ ਬੜੇ ਉਹ ਡੀਪਲੀ ਜਿਹੜਾ ਉਹਨਾਂ ਸਾਰਾ ਕੁਝ ਜਿਹੜਾ ਕਾਨੂੰਨਾਂ ਦੇ ਬਾਰੇ ਜਾਣਕਾਰੀ ਉਹਨਾਂ ਕੋਲ ਹੈਗੀ ਸੀ, ਸਰਕਾਰ ਬਿਲਕੁਲ ਫੇਲ ਹੋਈ ਸੀ ਉਹਨਾਂ ਨੂੰ ਸਮਝਾਉਣ ਲਈ ਵੀ ਕਾਨੂੰਨ ਕਿਵੇਂ ਚੰਗੇ ਆ। ਹੁਣ ਇਹਨਾਂ ਕੋਲ ਇੱਕੋ ਹੀ ਰਸਤਾ ਸੀ ਵੀ ਇਹਨੂੰ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਇਹਦੇ ਵਿੱਚ ਉਹੋ ਜਿਹੇ ਐਲੀਮੈਂਟ ਵਾੜ ਕੇ ਜਿਹਦੇ ਨਾਲ ਉਹਨਾਂ ਦਾ ਜਿਹੜਾ ਵਾ ਉਹਨਾਂ ਨੂੰ ਅੰਦੋਲਨ ਨੂੰ ਖਰਾਬ ਕੀਤਾ ਜਾਵੇ, ਜਾਂ ਜਿਹੜੇ ਹਿੰਸਾ ਨੂੰ ਕਰਕੇ। ਤੇ ਸਰਕਾਰ ਇਹ ਸਾਰੀ ਕੌਨਸਪੀਰੇਸੀ ਜਿਹੜੀ ਹੈ ਸਾਨੂੰ ਲੱਗਦਾ ਵਾ ਵੀ ਸਰਕਾਰ ਦੀ ਹੈ। ਅੱਛਾ ਵੇਰਕਾ ਸਾਹਿਬ, ਹੁਣ ਜਿਵੇਂ ਖਬਰਾਂ ਆ ਰਹੀਆਂ ਕਿ ਕਿਸਾਨਾਂ ਦਾ ਪਾਣੀ ਬੰਦ ਕਰਤਾ ਗਿਆ ਹੈ ਜਾਂ ਉੱਥੋਂ ਉਹਨਾਂ ਨੂੰ ਸਰਕਾਰਾਂ ਨੇ ਕਹਿਤਾ ਹੈ ਜ਼ਬਰਦਸਤੀ ਇਹਨਾਂ ਦੇ ਟੈਂਟ ਪੁੱਟ ਕੇ ਇਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਇੱਥੇ ਤੁਹਾਡਾ ਕੀ ਕਹਿਣਾ? 4 ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ, ਠੀਕ ਹੈ। ਸੁਪਰੀਮ ਕੋਰਟ ਦਾ ਇੱਕ ਚੀਫ ਜਸਟਿਸ ਜਿਹੜਾ ਬਾਅਦ 'ਚ ਰਾਜ ਸਭਾ ਦਾ ਮੈਂਬਰ ਬਣਿਆ। ਮੌਜੂਦਾ ਚੀਫ ਜਸਟਿਸ ਜਿਹੜਾ ਵਾ ਉਹ ਇੱਕ BJP ਦੇ ਲੀਡਰ ਦੀ ਮੁੰਡੇ ਦੇ 50 ਲੱਖ ਦੇ ਮੋਟਰਸਾਈਕਲ ਤੇ ਜਿਹੜਾ ਵਾ ਬਗੈਰ ਮਾਸਕ ਪਰਾਇਆ ਕਰੋਨਾ 'ਚ ਜਿਹੜਾ ਉੱਥੇ ਬੈਠਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਸਾਡੀ ਜੁਡੀਸ਼ਰੀ ਕਿੱਥੇ ਜਾਂਦੀ ਹੈ। ਜੇ ਉਹਨਾਂ ਦਾ ਪਾਣੀ, ਬਿਜਲੀ ਜਾਂ ਇਹ ਸਾਰਾ ਕੁਝ ਕੱਟਦੇ ਆ ਤੇ ਇਹ ਤਾਂ ਸੁਪਰੀਮ ਕੋਰਟ ਨੂੰ ਕੌਗਨੀਜੈਂਸ ਲੈਣਾ ਚਾਹੀਦਾ ਇਸ ਗੱਲ ਦਾ। ਤੁਸੀਂ ਜਿਹੜੀਆਂ ਕੱਲ੍ਹ ਨੂੰ ਉੱਥੇ ਪਾਣੀ ਤੋਂ ਬਗੈਰ ਜਾਂ ਬਿਜਲੀ ਤੋਂ ਬਗੈਰ ਜਿਹੜਾ ਖਾਸ ਕਰਕੇ ਪਾਣੀ ਪੀਣ ਵਾਲਾ ਜਿਹੜਾ ਉੱਥੇ ਮੌਤਾਂ ਹੋਣਗੀਆਂ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗਾ? ਤੁਸੀਂ 120 ਡੈਥ ਹੋਈਆਂ, ਈਵਨ ਉੱਥੇ ਸੁਸਾਈਡ ਦੇ ਕੇਸ ਹੋਏ ਜਿਨ੍ਹਾਂ ਨੇ ਆਪਣੇ ਗੋਲੀ ਮਾਰੀ ਹੈ। ਸੁਸਾਈਡ ਨੋਟ ਮਿਲੇ ਆ ਜਿਹਦੇ 'ਚ ਉਹ ਅਲੈਜ ਕਰਦੇ ਵੀ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਤੇ ਜਿਹੜੀ ਐਗਰੀਕਲਚਰ ਮਿਨਿਸਟਰ ਇਹ ਜ਼ਿੰਮੇਵਾਰ ਆ। ਤੁਸੀਂ ਕੇਸ ਨਹੀਂ ਦਰਜ ਕਰ ਰਹੇ। ਆਮ ਤੁਸੀਂ ਕਿਸੇ ਬੰਦੇ ਦੇ ਖਿਲਾਫ ਕੋਈ ਬੰਦਾ ਸੁਸਾਈਡ ਕਰ ਜੇ, ਉਹ ਪਰਿਵਾਰ ਵਾਲੇ ਝੂਠਾ ਵੀ ਕਹਿ ਦੇਣ ਵੀ ਇਹ ਜ਼ਿੰਮੇਵਾਰ ਆ ਤੇ ਉਹਦੇ ਤੇ ਕੇਸ ਦਰਜ ਹੋ ਜਾਂਦਾ, ਉਹਨੂੰ ਅੰਦਰ ਕਰ ਦਿੰਦੇ। ਤੇ ਕੀ ਗੱਲ ਉਹ ਲੋਕ ਨੋਟ ਛੱਡ ਕੇ ਗਏ, ਉਹਦੇ ਬਾਵਜੂਦ ਤੁਸੀਂ ਕਾਰਵਾਈ ਨਹੀਂ ਕਰਨ ਦੇ। ਅੱਛਾ ਵੇਰਕਾ ਜੀ, ਇੱਕ ਜਿਹੜਾ ਕਿਸਾਨਾਂ ਨੂੰ ਉਧਰ ਜਾਣ ਦੀ ਇਜਾਜ਼ਤ ਨਹੀਂ ਸੀ, ਕਿਹਾ ਗਿਆ ਸੀ ਵੀ ਉਧਰ ਬਿਲਕੁਲ ਨਹੀਂ ਜਾਣਾ, ਫਿਰ ਉਧਰ ਕਿਸਾਨ ਕਿਉਂ ਜਾਂਦੇ ਨੇ? ਇਹ ਆਪਾਂ ਹਾਲੇ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕਿਉਂ ਗਏ ਆ, ਕਿਉਂਕਿ ਹਾਲੇ ਅਸੀਂ ਉਹ CCTV ਫੁਟੇਜ ਜਿਹੜੀ ਅੱਜ ਵੀ ਅਸੀਂ ਜਿਹੜੀ ਆ ਉੱਥੇ ਸੁਪਰੀਮ ਕੋਰਟ ਦੇ ਵਕੀਲ ਜਿਹੜੇ ਆ
ਉਹਨਾਂ ਨੂੰ ਰਿਕੁਐਸਟ ਕੀਤੀ ਹੈ ਵੀ ਉਹ ਅਦਾਲਤਾਂ 'ਚ ਐਪਲੀਕੇਸ਼ਨ ਦੇ ਕੇ ਤੇ ਉਹ ਸਾਰੀਆਂ CCTV ਉਹ ਰਸਤੇ ਤੇ ਜਿੰਨੀਆਂ ਵੀ ਲੱਗੇ ਆ ਕੈਮਰੇ ਉਹਨਾਂ ਦੀਆਂ ਰਿਕਾਰਡਿੰਗ ਜਿਹੜੀਆਂ ਉਹਨਾਂ ਨੂੰ ਪ੍ਰਜ਼ਰਵ ਕਰਾਉਣ, ਉਹ ਲੈਣ। ਉਹਦੇ ਤੋਂ ਜਿਹੜੀ ਇਹ ਗੱਲ ਸਾਹਮਣੇ ਆਊਗੀ ਵੀ ਇਹ ਜਿਹੜਾ ਵਾ ਕਿਵੇਂ ਗਏ ਆ, ਜਾਂ ਉਹਨਾਂ ਨੂੰ ਭੇਜਿਆ ਗਿਆ ਵਾ, ਜਾਂ ਪੁਲਿਸ ਨੇ ਜਾਣ ਕੇ ਉਹਨਾਂ ਨੂੰ ਉਧਰ ਨੂੰ ਤੋਰਿਆ ਵੇ, ਸਾਰੀਆਂ ਗੱਲਾਂ ਜਿਹੜੀਆਂ ਗਾਂ ਅੱਗੇ ਜਾ ਕੇ ਇਨਵੈਸਟੀਗੇਸ਼ਨ 'ਚ ਸਾਹਮਣੇ ਆਉਣਗੀਆਂ। ਅੱਛਾ, ਤੁਹਾਡਾ ਕਹਿਣਾ ਵੀ 300-400 ਜਿਹੜਾ ਲੋਕ ਮਿਸਿੰਗ ਨੇ ਉੱਥੋਂ, ਉਹ ਉਸ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਤੁਹਾਨੂੰ ਵੀ ਲੱਗਦਾ ਹੈ ਉਹ ਪੁਲਿਸ ਦੀ ਹਿਰਾਸਤ 'ਚ ਨਹੀਂ ਆ, ਉਹ ਡਰ ਕੇ ਇੱਧਰ-ਉੱਧਰ ਹੋ ਗਏ ਨੇ? ਸਾਨੂੰ ਜਿਹੜਾ ਐਡਵੋਕੇਟ ਹਾਕਮ ਸਿੰਘ ਆ ਹਾਈ ਕੋਰਟ ਦੇ, ਉਹਨਾਂ ਦਾ ਜਿਹੜਾ ਵਾ ਮੈਸੇਜ ਆਇਆ ਸੀ, ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ। ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੈਗੀ ਹੈ ਵੀ ਜਿਹੜੇ ਕੁਝ ਲੋਕ ਲਾਲ ਕਿਲੇ ਤੋਂ ਜਿਹੜੇ ਪੁਲਿਸ ਨੇ ਉੱਥੋਂ ਚੁੱਕੇ ਆ, ਉਹਨਾਂ ਦੇ ਬਾਰੇ ਉਹਨਾਂ ਦੇ ਵੇਅਰ ਅਬਾਊਟਸ ਜਿਹੜੇ ਪਤਾ ਨਹੀਂ ਲੱਗਣ ਦੇ, ਤੇ ਕੁਝ ਲੋਕ ਜਿਹੜੇ ਦਿੱਲੀ ਦੇ ਵੱਖ-ਵੱਖ ਜਗ੍ਹਾ ਤੋਂ ਪੁਲਿਸ ਨੇ ਜਿਹੜੇ ਉਹ ਚੁੱਕੇ ਸੀ ਤੇ ਉਹਨਾਂ ਨੇ ਇਲੀਗਲੀ ਡਿਟੇਨ ਕੀਤਾ ਵਾ, ਜਿਨ੍ਹਾਂ ਨੂੰ ਕਿਸੇ ਅਦਾਲਤ 'ਚ ਪੇਸ਼ ਨਹੀਂ ਕੀਤਾ। ਅਸੀਂ ਉਹਦੇ ਬਾਰੇ ਕੰਸਰਨਡ ਆ ਵੀ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਆਪਣਾ ਪੈਨਲ, ਲੀਗਲ ਪੈਨਲ ਬਣਾ ਕੇ ਇਹਨਾਂ ਬਾਰੇ ਪਤਾ ਕਰਨਾ ਚਾਹੀਦਾ, ਅਦਾਲਤਾਂ 'ਚ ਜਾਣਾ ਚਾਹੀਦਾ। ਜੇ ਉਹ ਸਾਨੂੰ ਕਹਿਣਗੇ ਅਸੀਂ ਵੀ ਉਹਦਾ ਹਿੱਸਾ ਜਿਹੜਾ ਉਹਨਾਂ ਦੀ ਟੀਮ ਦਾ ਹਿੱਸਾ ਬਣਨ ਲਈ ਤਿਆਰ ਆ, ਤੇ ਜੇ ਉਹ ਨਹੀਂ ਕਰਨਗੇ ਤੇ ਫਿਰ ਅਸੀਂ ਆਪਣੇ ਤੌਰ ਤੇ ਜਿਹੜਾ ਇਹਦੇ ਬਾਰੇ ਜਿਹੜਾ ਕੋਈ ਨਾ ਕੋਈ ਕਾਰਵਾਈ ਕਰਾਂਗੇ। ਅੱਛਾ, ਇੱਕ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਬੜਾ ਨਾਮ ਆ ਰਿਹਾ ਵੀ ਇਹਨਾਂ ਨੇ ਕਿਸਾਨਾਂ ਨੂੰ ਉਕਸਾਇਆ, ਕਾਫੀ ਦਿਨਾਂ ਤੋਂ ਇਹ ਉੱਥੇ ਹੀ ਸੀਗੇ। ਤੁਹਾਨੂੰ ਨਹੀਂ ਲੱਗਦਾ ਵੀ ਇਹਨੂੰ ਲੈ ਕੇ ਜਾਂ ਕਿਤੇ ਨਾ ਕਿਤੇ ਮੋਟੀਵੇਟ ਕੀਤਾ, ਇਹਨਾਂ ਨੇ ਵੀ ਉਹਨਾਂ ਨੂੰ ਮੋਟੀਵੇਟ ਕੀਤਾ, ਉਕਸਾਇਆ ਲੋਕਾਂ ਨੂੰ? ਇੱਕ ਪਹਿਲਾਂ ਆਪਾਂ ਸ਼ੰਭੂ ਬਾਰਡਰ ਤੇ ਵੀ ਦੇਖਿਆ ਹੋਊਗਾ ਵੀ ਦੀਪ ਸਿੱਧੂ ਉੱਥੇ ਵੀ ਕਾਫੀ ਜਿਹੜਾ ਉਹਨੇ ਪਾਰਟਿਸਿਪੇਟ ਕੀਤਾ ਹੈ। ਫਿਰ ਲੱਖਾ ਸਿਧਾਣਾ ਨੇ ਪੰਜਾਬ 'ਚ ਕਾਫੀ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਿਹੜਾ ਕਿਹਾ ਵੀ ਤੁਸੀਂ ਉੱਥੇ ਦਿੱਲੀ ਜਿਹੜਾ ਅੰਦੋਲਨ 'ਚ ਜਾਓ, ਕਾਫੀ ਇਹਨਾਂ ਕੋਸ਼ਿਸ਼ਾਂ ਕੀਤੀਆਂ। ਪਰ ਜਿਹੜਾ ਇਹ ਚੀਜ਼ ਜਿਹੜੀ ਇਹ ਹੁਣ ਕਿਸਾਨ ਜਿਹੜੇ ਲੀਡਰ ਆ ਤੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ 'ਚ ਜਿਹੜੀ ਚੱਲ ਰਹੀ ਹੈ, ਉਹਦੇ ਬਾਰੇ ਜ਼ਿਆਦਾ ਬੈਟਰ ਇਹੋ ਹੀ ਦੱਸ ਸਕਦੇ। ਪਰ ਸਾਨੂੰ ਲੱਗਦਾ ਵੀ ਇਹਨਾਂ ਨੂੰ ਆਪਸ 'ਚ ਲੜਨ ਦੀ ਜਗ੍ਹਾ ਜਿਹੜਾ ਨਾ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਉਹ ਇਹ ਕਾਨੂੰਨਾਂ ਦੇ ਬਾਰੇ ਜੋ ਵੀ, ਜਾਂ ਇਹਨੂੰ ਰੱਦ ਕਰਾਉਣਾ, ਜੋ ਵੀ ਇਹਨਾਂ ਦੀ ਮੰਗ ਹੈਗੀ ਆ ਉਹਨੂੰ ਪੂਰਾ ਕਰਨ। ਤੇ ਇੱਕ ਸਿੱਖ ਫॉर ਜਸਟਿਸ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਹਾਲਾਤ ਦੁਬਾਰਾ ਦੇਸ਼ 'ਚ ਇਸ ਦੀਆਂ ਗੱਲਾਂ ਕਰਵਾ ਕੇ ਜਿਵੇਂ $2.5 ਲੱਖ ਦੇਣ ਦੀ ਉਹਨਾਂ ਗੱਲ ਕੀਤੀ ਵੀ ਦੁਬਾਰਾ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ? ਵੇਖੋ, ਇਹ ਜਿਹੜਾ ਪਿਛਲੇ 13-14 ਸਾਲਾਂ ਤੋਂ ਇਹ ਜਥੇਬੰਦੀ ਜਿਹੜੀ ਕੰਮ ਕਰਨ ਰਹੀ ਹੈ, ਤੇ ਸਾਨੂੰ ਲੱਗਦਾ ਇਹਨਾਂ ਨੂੰ ਆਪ ਵਿਚਾਰ ਕਰਨਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਨ ਨਾਲ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ। 100 ਤੋਂ ਉੱਪਰ ਜਿਹੜੇ ਆ ਨੌਜਵਾਨ ਬੱਚੇ ਪੰਜਾਬ ਦੇ ਜਿਹੜੇ ਜੇਲ੍ਹਾਂ 'ਚ ਸੜਨ ਦਏ ਆ, ਸਿਰਫ ਕਾਹਦੇ ਲਈ? ਨਿੱਕੀਆਂ ਜਿਹੜੇ ਆ ਨਿੱਕੀਆਂ ਗੱਲਾਂ ਲਈ, ਨਿੱਕੇ ਫੈਂਸ ਲਈ। ਪਰ ਉਹ UAPA ਕਰਕੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਉਹ ਹੋਣੀ ਪੋਸੀਬਲ ਨਹੀਂ ਗੀ। ਤੇ ਇਹ ਜਿਹੜਾ ਇਹਨਾਂ ਨੂੰ ਸੋਚ ਸਮਝ ਕੇ, ਕਿਉਂਕਿ ਆਪਾਂ ਪਹਿਲਾਂ 78 ਤੋਂ ਲੈ ਕੇ ਤੇ 92-93 ਦਾ ਵਕਤ ਵੇਖਿਆ, ਪੰਜਾਬ ਨੇ ਕਿੰਨਾ ਸੰਤਾਪ ਭੋਗਿਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਜਿਹੜੀ ਆ ਇਹ ਸਮਝਣੀਆਂ ਚਾਹੀਦੀਆਂ ਵੀ ਇਹਨਾਂ ਚੀਜ਼ਾਂ ਨਾਲ ਜਿਹੜਾ ਹਮੇਸ਼ਾ ਨੁਕਸਾਨ ਹੋਇਆ ਵਾ, ਫਾਇਦਾ ਕੋਈ ਨਹੀਂਗਾ। ਤੇ ਅੱਜ ਖਾਸ ਕਰਕੇ ਕਿਸਾਨ ਅੰਦੋਲਨ ਜਿਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਪਾਰਟਿਸਿਪੇਟ ਕਰਦੇ। ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਸਿੰਘੂ ਬਾਰਡਰ ਤੇ ਜ਼ਿਆਦਾ ਪੰਜਾਬ ਦੇ ਲੋਕ ਆ, ਜਿਹੜਾ ਟਿਕਰੀ ਬਾਰਡਰ ਆ ਉੱਥੇ ਪੰਜਾਬ ਦੇ ਮਾਲਵਾ ਬੈਲਟ ਤੇ ਹਰਿਆਣਾ ਜ਼ਿਆਦਾ ਵਾ, ਜਿਹੜੇ ਗਾਜ਼ੀਆਬਾਦ ਉੱਧਰ ਯੂਪੀ ਆ, ਇਸ ਤਰ੍ਹਾਂ ਰਾਜਸਥਾਨ ਦੇ। ਇਹ ਸਾਡੇ ਨਾਲ ਵੱਧ ਜੁੜੇ ਹਿੰਦੂ ਲੋਕ ਜਿਹੜੇ ਆ ਨਾ ਉੱਥੇ, ਜੋ ਮੈਂ ਵੇਖ ਕੇ ਆਇਆ ਵੀ 10 ਗੁਣਾ ਵੱਧ ਹਿੰਦੂ ਲੋਕ ਆ ਉੱਥੇ। ਤੇ ਸਾਨੂੰ ਇਹ ਇਸ਼ੂ ਨਹੀਂ ਬਣਾਉਣਾ ਚਾਹੀਦਾ ਵੀ ਸਿੱਖ ਦਾ ਇਸ ਤਰ੍ਹਾਂ। ਇਹ ਸਾਡੇ ਨਾਲ ਠੀਕ ਹੈ, ਸਾਡੇ ਜਿਹੜੇ ਲੋਕ ਜ਼ਿਆਦਾ ਐਕਟਿਵ ਆ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਤੇ ਜਾਂ ਬਾਹਰ ਸਾਡੇ ਜ਼ਿਆਦਾ ਲਿੰਕ ਹੈਗੇ, ਤੇ ਸਾਨੂੰ ਉਹ ਸਾਹਮਣੇ ਆ, ਅਸੀਂ ਫਰੰਟ ਤੇ ਆ। ਪਰ ਮੈਨੂੰ ਲੱਗਦਾ ਵੀ ਜ਼ਿਆਦਾ ਗਿਣਤੀ ਜਿਹੜੀ ਉੱਥੇ ਆ ਜਿਹੜੇ ਲੋਕ ਬੈਠੇ ਪ੍ਰੋਟੈਸਟ 'ਚ, ਉਹਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਹੀ ਆ। ਤੇ ਉਹ ਇਹਨਾਂ ਨੂੰ ਇਹ ਇਸ਼ੂ ਬਣਾਉਣਾ ਨਹੀਂ ਚਾਹੀਦਾ। ਇਹ ਕਿਸੇ ਰਿਲੀਜਨ ਦਾ ਜਾਂ ਕਿਸੇ ਕਮਿਊਨਿਟੀ ਦਾ ਇਹ ਨਹੀਂ ਹੈਗਾ ਅੰਦੋਲਨ, ਇਹ ਇੱਕ ਕਿਸਾਨ ਦਾ ਅੰਦੋਲਨ ਹੈ ਜਿਹਦੇ 'ਚ ਹਰ ਇੱਕ ਵਰਗ ਜਿਹੜਾ ਸ਼ਾਮਲ ਹੈ। ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਜੋ ਵੀ ਐਪੀਸੋਡ ਹੋਇਆ ਇਹਨੂੰ ਲੈ ਕੇ ਜੇ ਸਰਕਾਰ ਕਾਮਯਾਬ ਪਹਿਲੇ ਨਹੀਂ ਹੋ ਪਾਈ ਸੀਗੀ, ਹੁਣ ਕਾਮਯਾਬ ਹੋ ਗਈ ਹੈ, ਇਹ ਕਿਸਾਨਾਂ ਨੂੰ ਜਿਹੜਾ ਬਹੁਤ ਵੱਡਾ ਜਨ ਸਮਰਥਨ ਮਿਲ ਰਿਹਾ ਸੀ ਉਹ ਉਹਦੇ ਨਾਲ ਘਟ ਗਿਆ ਜਾਂ ਘਟੇਗਾ? ਵੇਖੋ, ਇਹ ਜ਼ਿਆਦਾ ਕਾਮਯਾਬ ਹੋਊਗਾ ਕਿਉਂਕਿ ਹੁਣ ਜਿਹੜੇ ਅਨਸਰ ਖਰਾਬ ਕਰਨਾ ਚਾਹੁੰਦੇ ਸੀ ਉਹ ਸਾਰੇ ਐਕਸਪੋਜ਼ ਹੋ ਗਏ, ਸਰਕਾਰ ਐਕਸਪੋਜ਼ ਹੋ ਗਈ। ਤੇ ਹੁਣ ਇਹ ਅੰਦੋਲਨ ਮੈਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਮੋਟਿਵ ਹੀ, ਜਿਹੜਾ ਇਹਨਾਂ ਨਿਸ਼ਚਾ ਕੀਤਾ ਸੀ, ਉਹ ਪੂਰਾ ਕਰਨਗੇ। ਅੱਛਾ, ਤੇ ਤੁਹਾਡਾ ਹਿਊਮਨ ਰਾਈਟ ਆਰਗੇਨਾਈਜੇਸ਼ਨ, ਤੁਸੀਂ ਸਾਰੇ ਐਡਵੋਕੇਟ ਅੱਜ ਇਕੱਠੇ ਹੋਏ ਹੋ, ਤੁਹਾਡਾ ਕੀ ਸਹਿਯੋਗ ਇਹਨਾਂ ਨੂੰ ਰਹੇਗਾ ਤੇ ਤੁਹਾਡਾ ਅੱਗੋਂ ਕੀ ਰੂਪਰੇਖਾ ਹੋਏਗੀ ਤੁਹਾਡੀ? ਵੇਖੋ, ਅਸੀਂ ਅੱਜ ਹੀ ਕੰਟੈਕਟ ਕਰਨ ਦੇ ਵੀ ਇੱਕ ਅਖਬਾਰਾਂ ਦੇ ਵਿੱਚ ਜਿਹੜਾ ਇੱਕ ਇਸ਼ਤਿਹਾਰ ਜਾਂ ਉਹ ਦਿੱਤਾ ਜਾਵੇ, ਇਹਦੇ ਬਾਰੇ ਮੀਟਿੰਗ ਚੰਡੀਗੜ੍ਹ ਚੱਲ ਰਹੀ ਆ। ਉਹਨਾਂ ਨੂੰ ਕਿਹਾ ਵੀ ਉਹ ਇੱਕ ਨੰਬਰ ਜਿਹੜੇ ਆ ਹੈਲਪਲਾਈਨ ਨੰਬਰ ਜਿਹੜਾ ਜਾਰੀ ਕਰਨ
ਤੇ ਇੱਕ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਉਹਨਾਂ ਦੇ ਲੀਡਰ ਆ ਉਹਨਾਂ ਨਾਲ ਵੀ ਸੰਪਰਕ ਗਿਆ ਕਰਕੇ ਵੀ ਉਹ ਆਪਣਾ ਪੈਨਲ ਬਣਾਉਣ, ਕਿਉਂਕਿ ਅਸੀਂ ਇਹ ਚਾਹੁੰਦੇ ਆ ਵੀ ਸਾਰਾ ਕੁਝ ਉਹਨਾਂ ਦੇ ਥੱਲੇ ਹੋਣਾ ਚਾਹੀਦਾ ਵਾ, ਵੀ ਉਹ ਉੱਥੇ ਬੈਠੇ ਆ, ਉਹਨਾਂ ਨੂੰ ਜਿਸ ਤਰ੍ਹਾਂ ਚੰਗਾ ਲੱਗੇ, ਜਿਹੜੇ ਵਕੀਲ ਉਹਨਾਂ ਨੂੰ ਚੰਗੇ ਲੱਗਦੇ ਉਹ ਕਰਨ। ਜੇ ਉਹਨਾਂ ਨੂੰ ਲੱਗੂਗਾ ਵੀ ਸਾਡੀ ਟੀਮ ਦੀ ਚੰਡੀਗੜ੍ਹ ਵਾਲੀ ਬੈਂਸ ਸਾਹਿਬ ਜਾਂ ਅਸੀਂ ਸਾਡੀ ਕਿਤੇ ਲੋੜ ਆ, ਅਸੀਂ ਉਹਦੇ 'ਚ ਪਾਰਟਿਸਿਪੇਟ ਕਰਨ ਲਈ ਤਿਆਰ ਆ। ਪਰ ਪਹਿਲਾਂ ਅਸੀਂ ਚਾਹੁੰਦੇ ਵੀ ਪਹਿਲਾਂ ਉਹਨਾਂ ਨੂੰ ਜਿਹੜਾ ਮੌਕਾ ਦਈਏ ਵੀ ਉਹ ਕਰਨ। ਜੇ ਉਹ ਨਹੀਂ ਕਰਨਗੇ ਤਾਂ ਫਿਰ ਅਸੀਂ ਆਪਣੇ ਤੌਰ ਤੇ ਜਿਹੜਾ ਵਾ ਇੱਕ ਵਕੀਲਾਂ ਦਾ ਪੈਨਲ ਬਣਾ ਕੇ, ਸਾਡੀ ਦਿੱਲੀ ਗੱਲ ਵੀ ਹੋਈ, ਸੁਪਰੀਮ ਕੋਰਟ ਦੇ ਵਕੀਲ ਆ, ਹਾਈ ਕੋਰਟ ਦੇ ਵਕੀਲ ਆ, ਉਹਨਾਂ ਨਾਲ ਗੱਲ ਵੀ ਹੋਈ, ਫਿਰ ਅਸੀਂ ਆਪਣਾ ਪੈਨਲ ਬਣਾ ਕੇ ਜਿੰਨੀ ਲੀਗਲ ਹੈਲਪ ਬਣਦੀ, ਕਾਨੂੰਨ ਮੁਤਾਬਕ ਜੋ ਮਦਦ ਬਣਦੀ ਉਹ ਅਸੀਂ ਕਰਾਂਗੇ। ਅੱਛਾ, ਤੁਹਾਨੂੰ ਨਹੀਂ ਲੱਗਦਾ ਜੀ ਇਹਨਾਂ ਕਿਸਾਨਾਂ ਦੇ ਅੰਦੋਲਨ 'ਚ ਫੁੱਟ ਪੈ ਗਈ, ਕੁਝ 2-3 ਜਥੇਬੰਦੀਆਂ ਨੇ ਆਪਣੇ ਪੈਰ ਵੀ ਪਿੱਛੇ ਖਿੱਚ ਲੈਣੇ? ਨਹੀਂ, ਲੋਕੀ ਜਿਹੜੇ ਆ ਉਹਨਾਂ ਦਾ ਮਕਸਦ ਹੈਗਾ ਵਾ ਸਿਰਫ ਕਾਨੂੰਨ ਨੂੰ, ਤਿੰਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ। ਜੇ ਕੋਈ ਇਹਨਾਂ ਦੇ ਆਪਸ 'ਚ ਕੋਈ ਇਹਨਾਂ ਦੇ ਮਤਭੇਦ ਵੀ ਹੈਗੇ ਆ, ਮੈਨੂੰ ਲੱਗਦਾ ਵੀ ਉਹ 1-2 ਦਿਨਾਂ 'ਚ ਸਾਰਾ ਕੁਝ ਠੀਕ ਹੋ ਜਾਊਗਾ। ਲੋਕ ਜਿਹੜੇ ਸਾਰੇ ਉਹ ਇੱਕ ਮਕਸਦ ਆ ਲੋਕਾਂ ਦਾ, ਤੇ ਕੁਝ ਜੇ ਲੀਡਰ ਜਿਹੜੇ ਆ ਉਹ ਕਿਤੇ ਨਾ ਕਿਤੇ ਜੇ ਉਹਨਾਂ ਕੋਲ ਗਲਤ ਡਿਸੀਜਨ ਲਿਆ ਗਿਆ ਵਾ ਜਾਂ ਉਹਨਾਂ ਦੀ ਸੋਚ ਮੁਤਾਬਕ ਉਹ ਕੋਈ ਕੰਮ ਇਹੋ ਜਿਹਾ ਹੋ ਗਿਆ ਵੀ ਜਿਹਦੇ ਨਾਲ ਨੁਕਸਾਨ ਹੋਇਆ, ਮੈਨੂੰ ਲੱਗਦਾ ਸਾਰਾ ਕੁਝ ਠੀਕ ਹੋ ਜਾਊਗਾ। ਤੁਸੀਂ ਕੁਝ ਹੋਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੁਝ ਸੰਦੇਸ਼ ਦੇਣਾ ਚਾਹੋ ਜਾਂ ਕਹਿਣਾ ਚਾਹੋ? ਅਸੀਂ ਤੇ ਇਹੋ ਜਿਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਕਿਸੇ ਪਾਰਟੀਕੂਲਰ ਕਿਸੇ ਧਰਮ ਦਾ ਜਾਂ ਕਿਸੇ ਜਾਤ ਦਾ ਅੰਦੋਲਨ ਨਾ ਬਣ ਦਿੱਤਾ ਜਾਵੇ। ਇਹ ਸਾਰਿਆਂ ਦਾ ਸਾਂਝਾ ਅੰਦੋਲਨ ਆ ਤੇ ਇਹ ਕਾਮਯਾਬ ਅੰਦੋਲਨ ਹੀ ਆ ਜਿੱਥੇ ਇੰਨੀ ਦੁਨੀਆ ਉੱਥੇ ਬੈਠੀ ਆ। ਤੇ ਇੱਕ ਜਿਹੜਾ ਆਪਾਂ ਨੂੰ ਕਾਨੂੰਨ ਦਾ ਰਸਤਾ, ਜਿਹੜਾ ਹਮੇਸ਼ਾ ਹੀ ਸਾਨੂੰ ਕਾਨੂੰਨ ਦਾ ਰਸਤਾ ਲੈਣਾ ਚਾਹੀਦਾ। ਸਰਕਾਰ ਜਿਹੜਾ ਕੰਮ ਗਲਤ ਕਰੇ ਤੇ ਉਹਨੂੰ ਆਪਾਂ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਿੱਥੇ ਵੀ ਜਾਣਾ ਚਾਹੀਦਾ ਉੱਥੇ ਕਰਨਾ ਚਾਹੀਦਾ, ਤੇ ਇਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਸਰਕਾਰ ਨੂੰ ਕਿਸੇ ਗੱਲ ਦਾ ਵੀ। ਤੇ ਜਿਹੜਾ ਬਾਕੀ ਸਾਡਾ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਸਾਨ ਲੀਡਰ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਇਹ ਮਤਭੇਦ ਆਪਣੇ ਭੁਲਾ ਕੇ ਜਿਹੜਾ ਇਹਨਾਂ ਦਾ ਮਕਸਦ ਹੈ ਕਾਨੂੰਨ ਰੱਦ ਕਰਾਉਣ ਦਾ, ਵੀ ਉਧਰ ਵੱਲ ਨੂੰ ਧਿਆਨ ਦੇਣ। ਜਿਹੜੇ ਕੋਈ ਇਹਨਾਂ ਦੇ ਲੀਡਰਾਂ ਤੋਂ ਜੇ ਕੋਈ ਗਲਤੀਆਂ ਹੋਈਆਂ ਜਾਣੇ ਜਾਂ ਅਣਜਾਣੇ 'ਚ, ਉਹਨਾਂ ਨੂੰ ਬੈਠ ਕੇ ਇਹਨਾਂ ਨੂੰ ਮਸਲੇ ਜਿਹੜੇ ਆਪਣੇ ਹੱਲ ਕਰਨੇ ਚਾਹੀਦੇ। धन्यवाद साथ गल करने लिए। ये थे ह्यूमन राइट्स ऑर्गेनाइजेशन के एडवोकेट सरबजीत सिंह वेरका, जिनका कहना है कि एक सुनियोजित तरीके के साथ किसानों के आंदोलन को दबाने की कोशिश की गई है, लेकिन ये आंदोलन फिर से मजबूत होकर निकलेगा। अब हमारे साथ हैं खालड़ा मिशन ऑर्गेनाइजेशन की परमजीत कौर खालड़ा, उनसे बात करते हैं इस सब जो एपिसोड हुआ है 26 जनवरी को, इसे लेकर उनका क्या कहना है। सत श्री अकाल भैन जी। ਸਤਿ ਸ਼੍ਰੀ ਅਕਾਲ। सारा जो भी 26 जनवरी ਨੂੰ ਐਪੀਸੋਡ ਹੋਇਆ ਹੈ ਉੱਥੇ ਕਿਸਾਨਾਂ ਨੇ ਦਿਖਾਇਆ ਜਾ ਰਿਹਾ ਵੀ ਭੰਨਤੋੜ ਵੀ ਕੀਤੀ, ਕਾਫੀ ਕੁਝ ਕੀਤਾ, ਇਹ 'ਤੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਮੈਂ ਵੀ ਸਾਰੀਆਂ ਵੀਡੀਓ ਵਾਚ ਕਰ ਰਹੀ ਹਾਂ ਤੇ ਕਿਸਾਨਾਂ ਨੇ, ਮੈਨੂੰ ਤਾਂ ਲੱਗਦਾ ਨਹੀਂ ਗਾ ਵੀ ਉੱਥੇ ਕਿਸੇ ਤਰ੍ਹਾਂ ਦੀ ਵੀ ਬਈ ਕਿਸਾਨਾਂ ਨੇ ਕੋਈ ਡਿਸਪਲਿਨ ਦੇ ਵਿੱਚ ਨਾ ਰਹਿ ਕੇ ਕੋਈ ਕੰਮ ਕੀਤਾ ਹੋਵੇ। ਤੁਸੀਂ ਇਸ ਦਿਨ ਨੂੰ 26 ਜਨਵਰੀ ਤੋਂ ਪਹਿਲਾਂ ਦੇ 2 ਮਹੀਨੇ ਵੀ ਤਾਂ ਵੇਖੋ ਵੀ ਕਿੰਨੇ ਸੰਜਮ ਦੇ ਨਾਲ, ਕਿੰਨੀ ਸ਼ਾਂਤੀ ਦੇ ਨਾਲ ਲੋਕ ਉੱਥੇ ਇੰਨੀ ਠੰਡ ਦੇ ਵਿੱਚ ਜਿਹੜੇ ਉਹ ਰਹਿ ਰਹੇ ਆ। ਤੇ ਕਿਸਾਨਾਂ ਦਾ ਤਾਂ ਸਾਰਾ ਜ਼ੋਰ, ਜਿਹੜੀ ਜਥੇਬੰਦੀਆਂ ਦਾ ਤਾਂ ਇਹ ਜ਼ੋਰ ਲੱਗਾ ਹੋਇਆ ਸੀਗਾ ਵੀ ਜਿਹੜੀ ਇਹ ਮੂਵਮੈਂਟ ਆ ਪੀਸਫੁਲ ਰਹਿਣੀ ਚਾਹੀਦੀ ਆ, ਕਿਉਂਕਿ ਕਿਸੇ ਨੂੰ ਕੋਈ ਬਹਾਨਾ ਨਾ ਮਿਲੇ। ਤੇ ਸਰਕਾਰ ਦਾ ਇਹ ਸਾਰਾ ਜ਼ੋਰ ਹੈ ਕਿ ਇਹਨੂੰ ਪੀਸਫੁਲ ਨਾ ਰਹਿਣ ਦਿੱਤਾ ਜਾਵੇ। ਤੇ ਉਹਨਾਂ ਨੇ ਆਪਣੇ ਤਰੀਕਿਆਂ ਦੇ ਨਾਲ ਰਾਹ ਦੇ ਕੇ ਦਿੱਲੀ ਲਾਲ ਕਿਲੇ ਤੇ ਜਾਣ ਦਾ ਤਾਂ ਕਿਸੇ ਦਾ ਕੋਈ ਮਕਸਦ ਨਹੀਂ ਸੀ। ਉਹ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਵੀ ਅਸੀਂ ਲਾਲ ਕਿਲੇ ਤੇ ਨਹੀਂ ਜਾਣਾ, ਵੀ ਜਿਹੜੇ ਸਾਨੂੰ ਰੂਟ ਤੈਅ ਹੈ ਅਸੀਂ ਉੱਥੇ ਹੀ ਜਾਣਾ, ਔਰ ਉੱਥੇ ਹੀ ਗਏ ਉਹ। ਪਰ ਕੁਝ ਲੋਕ ਚਲੇ ਗਏ ਲਾਲ ਕਿਲੇ ਦੇ ਅੰਦਰ ਵੀ, ਉੱਪਰ ਖਾਲਸਾ ਦਿੰਦੀ ਮੈਂ ਇੱਕ ਵੀਡੀਓ ਸੁਣੀ ਆ, ਉਹਨਾਂ ਨੇ ਕਿਹਾ ਵੀ ਸਾਨੂੰ ਉਹ ਧੱਕੇ ਨਾਲ ਉਧਰ ਨੂੰ ਲਿਜਾਣਾ ਚਾਹੁੰਦੇ ਸੀਗੇ। ਭਾਵੇਂ ਧੱਕੇ ਨਾਲ ਗਏ ਜੀ, ਉੱਥੇ ਖਾਲਸਾ ਨਿਸ਼ਾਨ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਝੰਡਾ ਫਹਰਾਇਆ, ਕਿਸਾਨ ਅੰਦੋਲਨ ਦਾ ਝੰਡਾ ਫਹਰਾਇਆ। ਤੁਹਾਨੂੰ ਕੀ ਲੱਗਦਾ ਵੀ ਇਹ ਜਾਣਬੁੱਝ ਕੇ ਸਰਕਾਰ ਨੇ ਉਧਰ ਲੋਕਾਂ ਨੂੰ ਜਾਣ ਦਿੱਤਾ ਜਾਂ ਇਹ ਆਪ ਜ਼ਬਰਦਸਤੀ ਉਧਰ ਘੁਸੇ? ਨਹੀਂ ਜੀ, ਜਾਣ ਦਿੱਤਾ ਸਰਕਾਰ ਨੇ, ਉਹਨਾਂ ਨੂੰ ਰਸਤਾ ਦਿੱਤਾ। ਇੰਨੀ 26 ਜਨਵਰੀ ਦਾ ਦਿਨ ਹੋਵੇ, ਉੱਥੇ ਜਿਹੜਾ ਪ੍ਰਾਈਮ ਮਿਨਿਸਟਰ ਨੇ ਆਉਣਾ ਹੋਵੇ, ਹੋਰ ਸਾਰੀ ਜਿਹੜੇ ਪ੍ਰਾਇੋਰਟੀ ਦੇ ਲੀਡਰਾਂ ਨੇ ਆਉਣਾ ਹੋਵੇ, ਤੇ ਉਹਦੀ ਕੋਈ ਬੰਦੋਬਸਤ ਹੀ ਨਾ ਕਰੇ ਸਰਕਾਰ, ਤੇ ਕਿਵੇਂ ਲੋਕ ਉੱਥੇ ਪਹੁੰਚ ਗਏ? ਇੱਕੋ ਹੀ ਗੇਟ ਸੀਗਾ ਓਪਨ, ਜਿਹਦੇ ਵਿੱਚ ਦੀ ਲੋਕਾਂ ਨੇ ਜਾਣਾ ਸੀਗਾ, ਤੇ ਕੋਈ ਬਹੁਤੇ ਬੰਦੇ ਨਹੀਂ ਸੀਗੇ, 100-150 ਬੰਦਾ ਸੀਗਾ ਕਹਿੰਦੇ। ਅੱਛਾ ਭੈਣ ਜੀ, ਜੋ ਵੀ ਸਾਰਾ ਕੁਝ ਹੋਇਆ ਉਹਨੂੰ ਲੈ 2-3 ਦਿਨ ਇਸ ਐਪੀਸੋਡ ਨੂੰ ਹੋ ਗਏ ਨੇ, ਤੁਸੀਂ ਕੀ ਸਮਝਦੇ ਹੋ ਇਹ ਕਿਸਾਨ ਮੂਵਮੈਂਟ ਜਿਹੜੀ ਹੈ ਪਹਿਲੇ ਨਾਲੋਂ ਕਮਜ਼ੋਰ ਹੋਏਗੀ ਜਾਂ ਇਹਨੂੰ ਫਿਰ ਹੁੰਗਾਰਾ ਮਿਲੂਗਾ? ਨਹੀਂ ਜੀ, ਕੱਲ੍ਹ ਦੇ ਦਿਨ 'ਚ ਤਾਂ ਅਸੀਂ ਮੈਂ ਵੀ ਖੁਦ ਵਰੀਡ ਸੀਗੀ ਵੀ ਮੈਨੂੰ ਵੀ ਜਿਵੇਂ ਇੱਕ ਵੱਡਾ ਜਿਵੇਂ ਸ਼ੌਕ, ਕਿਉਂਕਿ ਅਸੀਂ ਸਾਰਾ ਦਿਨ ਇਹਨਾਂ ਗੱਲਾਂ 'ਚ ਹੀ ਰਹੀਦਾ ਅੱਜ ਕੱਲ੍ਹ, ਤੇ ਬੜਾ ਮੈਨੂੰ ਵੀ ਲੱਗ ਰਿਹਾ ਸੀਗਾ ਵੀ ਇਹ ਕੀ ਬਣ ਰਿਹਾ। ਪਰ ਜੇ ਲੋਕ ਸਿਆਣੇ ਹੋਣਗੇ ਨਾ, ਕਿਉਂਕਿ ਇਹ ਮਸਲਾ 3 ਕਾਨੂੰਨ ਰੱਦ ਕਰਾਉਣ ਦਾ ਹੈ, ਹੋਰ ਇਹਦੇ ਵਿੱਚ ਕੋਈ ਵੀ ਰਲਾ ਕਰਨ ਦੀ ਲੋੜ ਨਹੀਂ ਹੈਗੀ। ਜੇ ਲੋਕ ਸਮਝਣ ਵੀ ਇਹ ਉਹੀ ਮੂਵਮੈਂਟ ਆ ਤੇ ਸਰਕਾਰ ਨੇ ਇਹਨੂੰ ਖਰਾਬ ਕੀਤਾ ਜਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਖਰਾਬ ਕੁਝ ਵੀ ਨਹੀਂ ਹੋਇਆ। ਜੇ ਲੋਕ ਇੱਕ ਹਮਲਾ ਹੋਰ ਮਾਰਨ ਤੇ ਉਹਨਾਂ ਨੂੰ ਵੀ ਸਮਝ ਲੱਗ ਜੂਗੀ ਜਿਹੜੀ ਸੈਂਟਰ ਸਰਕਾਰ ਹੈ ਕਿ ਇਹ ਜਿਹੜਾ ਕਿਸਾਨਾਂ ਦਾ ਮਸਲਾ ਹੈ
ਇਹ ਤੁਸੀਂ ਇਹਨੂੰ ਲਾ ਐਂਡ ਆਰਡਰ ਦਾ ਮਸਲਾ ਬਣਾ ਕੇ ਜਾਂ ਤੁਸੀਂ ਇਸ ਤਰ੍ਹਾਂ ਦਾ ਕੋਈ ਇਸ਼ੂ ਖੜਾ ਕਰਕੇ ਵੀ ਇੱਥੇ ਝੰਡਾ ਚਲਾਤਾ ਜੀ, ਲਾਤਾ ਜੀ। ਝੰਡੇ ਉਹਨਾਂ ਨੇ ਆਪਦਾ ਨਿਸ਼ਾਨ ਲਾਇਆ ਹੈ, ਨਾ ਕਿ ਕਿਸੇ ਦਾ ਲਾਇਆ ਹੈ, ਤੇ ਉਹ ਤਾਂ ਬਹੁਤ ਉੱਚਾ ਨਿਸ਼ਾਨ ਲੱਗਾ ਹੋਇਆ ਹੈ ਰਾਸ਼ਟਰੀ ਝੰਡਾ ਤਾਂ, ਤੇ ਕੋਈ ਹੈ ਹੀ ਨਹੀਂ, ਕੋਈ ਮਸਲਾ ਹੋਇਆ ਹੀ ਨਹੀਂਗਾ, ਕੋਈ ਝਗੜਾ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ ਉੱਥੇ। ਭੈਣ ਜੀ ਤੁਹਾਨੂੰ ਲੱਗਦਾ ਜਿਵੇਂ ਦੀਪ ਸਿੱਧੂ ਦਾ ਨਾਂ ਆ ਰਿਹਾ, ਲੱਖਾ ਸਿਧਾਣਾ ਦਾ ਨਾਂ ਆ ਰਿਹਾ, ਦੀਪ ਸਿੱਧੂ ਸਾਂਸਦ ਜਿਹੜੇ ਬੀਜੇਪੀ ਦੇ ਨੇਤਾ ਨੇ, ਸਨੀ ਦਿਓਲ, ਉਹਨਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵਾਇਰਲ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਤਸਵੀਰਾਂ ਉਹਨਾਂ ਦੀਆਂ ਵਾਇਰਲ ਨੇ, ਧਰਮਿੰਦਰ ਹੇਮਾ ਮਾਲਿਨੀ ਨਾਲ ਵੀ ਉਹਨਾਂ ਦੀਆਂ ਤਸਵੀਰਾਂ ਵਾਇਰਲ ਨੇ, ਤੁਹਾਨੂੰ ਲੱਗਦਾ ਹੈ ਕਿ ਜੇ ਇਹੋ ਹੀ ਤਸਵੀਰਾਂ ਦੀਪ ਸਿੱਧੂ ਦੀਆਂ ਕਾਂਗਰਸ ਲੀਡਰਾਂ ਨਾਲ ਵਾਇਰਲ ਹੁੰਦੀਆਂ ਤੇ ਇਹਨਾਂ ਦਾ ਰਵੱਈਆ ਕੁਝ ਹੋਰ ਹੁੰਦਾ? ਬਿਲਕੁਲ ਹਾਂਜੀ, ਇਹ ਤਾਂ ਹੁਣ ਇਸ਼ੂ ਜਿਵੇਂ ਬਣ ਗਿਆ ਹੈ ਨਾ। ਹੁਣ ਲੋਕ ਆ ਜਿਹੜੇ ਉਹ ਇਹਨੂੰ ਦੀਪ ਸਿੱਧੂ ਨੂੰ ਲਾ ਲਓ ਤੁਸੀਂ ਹੈ ਨਾ, ਉਹਨੂੰ ਇੱਕ ਸ਼ੱਕੀ ਨਜ਼ਰ ਨਾਲ ਵੇਖਣਾ ਸ਼ੁਰੂ ਕਰਤਾ। ਉਹਦੇ ਵੀ ਕੁਝ ਰੀਜ਼ਨ ਹੈ, ਕਿਉਂਕਿ ਦੀਪ ਸਿੱਧੂ ਨਾਂ ਦਾ ਕਿਸੇ ਸੰਸਥਾ ਦਾ, ਨਾ ਕਿਸਾਨੀ ਨਾਲ ਇਹਦਾ ਕੋਈ ਪਹਿਲਾਂ ਸੰਬੰਧ ਨਹੀਂ ਸੀਗਾ। ਇਹ ਜਿਵੇਂ ਲੋਕਾਂ ਨੂੰ ਐਂ ਲੱਗਦਾ ਹੈ, ਤੇ ਲੋਕਾਂ ਦੀ ਜਿਹੜੀ ਇੱਕ ਰਾਏ ਹੁੰਦੀ ਹੈ ਉਹਦੇ ਨਾਲ ਫਿਰ ਸਾਰੇ ਲੋਕਾਂ ਦੀ ਰਾਏ ਬਣਦੀ ਹੈ। ਮੈਨੂੰ ਵੀ ਲੱਗਦਾ ਵੀ ਇਹ ਬੰਦਾ ਜਿਵੇਂ ਇਹਨੂੰ ਇੱਥੇ ਉਤਾਰਿਆ ਗਿਆ ਹੈ ਭਾਜਪਾ ਵੱਲੋਂ, ਕਿਉਂਕਿ ਫੋਟੋ ਵਾਇਰਲ ਹੋ ਰਹੀਆਂ, ਤੇ ਇਹ ਕੋਈ ਨਹੀਂ, ਇਹ ਵੀ ਸੱਚ ਸਾਹਮਣੇ ਆ ਜਾਊਗਾ। ਪਰ ਉਹ ਕੋਈ ਐਕਟਰ ਹੈ ਬੰਦਾ, ਐਕਟਰ ਐਕਟਿੰਗ ਨਹੀਂ ਕਰ ਸਕਦਾ। ਉਹ ਦਿਲੋਂ ਜਿਹੜੀ ਚੀਜ਼ ਹੈ ਨਾ, ਜਿਹੜੇ ਬੰਦੇ ਹੁਣ ਤੋਂ ਉੱਥੇ ਆਮ ਕਿਸਾਨ ਗਏ ਆ, ਬੀਬੀਆਂ ਗਈਆਂ, ਬੱਚੇ ਗਏ ਆ, 80 ਸਾਲ ਦੇ ਗਏ ਆ, ਉਹਨਾਂ ਦੀਆਂ ਭਾਵਨਾਵਾਂ ਉਹ ਫੀਲ ਨਹੀਂ ਕਰ ਸਕਦਾ, ਕਿਉਂਕਿ ਐਕਟਰ ਤਾਂ ਐਕਟਰ ਹੀ ਹੁੰਦਾ। ਉਹਨੇ ਐਕਟਿੰਗ ਕਰਨੀ ਆ, ਐਕਟਿੰਗ ਕਰਕੇ ਉਹਨੇ ਅਗਲੀ ਵਾਰੀ ਦੂਜੀ ਐਕਟਿੰਗ ਕਰ ਲੈਣੀ ਹੈ। ਮਤਲਬ ਜੇ ਕਾਂਗਰਸ ਦੇ ਨਾਲ ਲੀਡਰਾਂ ਨਾਲ ਉਹਦੀ ਤਸਵੀਰਾਂ ਵਾਇਰਲ ਹੁੰਦੀਆਂ ਤੇ ਅੱਜ ਸਰਕਾਰ ਦਾ ਰਵੱਈਆ ਜਦ ਕਿ ਕੋਈ ਹੋਣਾ ਸੀਗਾ, ਉਹਦੇ ਉਲਟ ਹੋਣਾ ਸੀ। ਇਹ ਤਾਂ ਪੋਲਿਟਿਕਸ ਹੈ ਜੀ, ਇਹ ਗਲਤ ਹੈ, ਪੋਲਿਟਿਕਸ ਨਹੀਂ ਹੈ ਇਹਦੇ ਵਿੱਚ। ਜੇ ਕੋਈ ਉਹਨਾਂ ਨੇ, ਵੈਸੇ ਮੈਂ ਇਹ ਕਹਿੰਦੀ ਹਾਂ ਵੀ ਉਹਨਾਂ ਨਾਲ ਜਿਹੜਾ ਮੇਜਰ ਰੋਲ ਹੈ, ਦੀਪ ਸਿੱਧੂ ਨਾਲੋਂ ਲਾ ਲਓ, ਲੱਖਾ ਸਿਧਾਣਾ ਨਾਲੋਂ ਲਾ ਲਓ, ਲੱਖਾ ਸਿਧਾਣੇ ਨੂੰ ਮੈਂ ਹੋਰ ਨਜ਼ਰ ਨਾਲ ਵੇਖਦੀ ਹਾਂ। ਪਰ ਜਿਹੜੇ ਲੋਕ ਕਲਾਕਾਰ ਹੈ, ਕਮਰ ਗਰੇਵਾਲ ਹੈ, ਜਿਹੜੇ ਉਹਨਾਂ ਨੇ ਮੂਵਮੈਂਟ ਖੜੀ ਕੀਤੀ ਹੈ, ਉਹਨਾਂ ਦੇ ਗਾਣਿਆਂ ਨੂੰ ਸੁਣ ਸੁਣ ਕੇ ਅਸੀਂ ਘਰਾਂ ਦੇ ਵਿੱਚ ਲਾ ਛੱਡੇ ਉਹ। ਚਲੋ ਇਹ ਸਾਰੇ ਉਹਨਾਂ ਐਪੀਸੋਡ 'ਚ ਖਾਲਸਾ ਮਿਸ਼ਨ ਜਿਹੜੀ ਕਮੇਟੀ ਹੈ ਤੁਹਾਡੀ, ਇਹਦਾ ਕੀ ਹੁਣ ਰੋਲ ਰਹੇਗਾ ਅੱਗੋਂ? ਤੁਹਾਡਾ ਕੀ ਕਹਿਣਾ ਹੈ? ਅਸੀਂ ਜੀ ਵੇਖੋ, ਅਸੀਂ ਵੀ ਮਤਲਬ ਮੈਨੂੰ 26ਵਾਂ ਸਾਲ ਹੋ ਗਿਆ ਵੀ ਅਸੀਂ ਇਸੇ ਕੰਮ 'ਚ ਹੈ ਨਾ, ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਮੈਨੂੰ ਤਾਂ ਇਹ ਫਿਕਰ ਸੀਗਾ ਵੀ ਆਹ ਜਿਹੜੇ ਮੁੰਡੇ ਫੜੇ ਆ, ਕਿਤੇ ਉਹਨਾਂ ਨੂੰ ਵੀ ਉਵੇਂ ਹੀ ਉਹ ਵੀ ਗਲਤ ਤਰੀਕੇ ਨਾਲ ਉਹਨਾਂ ਦੇ ਮੁਕੱਦਮੇ ਹੋਣੇ ਆ, ਉਹਨਾਂ ਨੇ ਫਿਰ ਭੁਗਤਣਾ ਹੈ, ਲੋਕਾਂ ਨੇ ਪੱਲੇ ਝਾੜ ਲੈਣੇ ਆ। ਪਰ ਫਿਰ ਵੀ ਮਨੁੱਖ ਅਧਿਕਾਰਾਂ ਦੀਆਂ ਸਾਰੀ ਦੁਨੀਆ ਦੇ ਵਿੱਚ ਜਥੇਬੰਦੀਆਂ ਬੈਠੀਆਂ, ਮੈਨੂੰ ਲੱਗਦਾ ਵੀ ਸਾਨੂੰ ਆਸ ਹੈ ਅਸੀਂ ਵੀ ਉਹਨਾਂ ਦੇ ਵਿੱਚ, ਜਿਵੇਂ ਇੱਕ ਚਿੜੀ ਦੀ ਚੁੰਝ ਭਰ ਕੇ ਪਾਣੀ ਪਾਉਣ ਵਾਲੀ ਗੱਲ ਹੁੰਦੀ, ਅਸੀਂ ਵੀ ਉਹ ਰੋਲ ਜ਼ਰੂਰ ਅਦਾ ਕਰਾਂਗੇ। ਤੁਸੀਂ ਕੁਝ ਹੋਰ ਕਹਿਣਾ ਚਾਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਨਹੀਂ ਜੀ, ਮੈਂ ਹੁਣ ਕੁਝ ਨਹੀਂ ਕਹਿਣਾ ਚਾਹੁੰਦੀ। ਮੈਂ ਵੇਟ ਐਂਡ ਵਾਚ ਤੇ ਵੀ ਹਾਂ ਹਜੇ, ਵੀ ਥੋੜ੍ਹੇ ਦਿਨ ਸਾਨੂੰ ਵੇਟ ਐਂਡ ਵਾਚ ਕਰਨਾ ਚਾਹੀਦਾ। ਤੇ ਦੂਜੀ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਕਿ ਮੂਵਮੈਂਟ ਖੜੀ ਕਰੋ, ਮੂਵਮੈਂਟ ਨੂੰ ਕਿਧਰੇ ਨਾ ਜਾਣ ਦਿਓ। ਕਿਸਾਨੀ ਮਸਲਾ ਹੈ, ਇਹਨੂੰ ਆਪਾਂ ਦੁਬਾਰਾ ਖੜਾ ਕਰੀਏ ਤੇ ਜਿਹੜੇ ਆਪਣੇ ਤਿੰਨੇ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਾਈਏ। धन्यवाद सर, गल कर ली। ये थी बीबी परमजीत कौर खाला, जिनका कहना है कि सरकार ने एक तरह से किसानी मूवमेंट जो आंदोलन चल रहा था 3 कृषि कानूनों के विरोध में, उसको ये 26 जनवरी को जो कुछ भी हुआ, लोगों का ध्यान भटकाने की कोशिश की है, जबकि मसला कुछ नहीं था, किसी का भी हिंसा करने का कोई मकसद नहीं था। उनका मकसद केवल एक ही था, पिछले कई दिनों से वे लगातार ठंड में अपने तीनों कृषि कानून केंद्र सरकार की ओर से लाए गए हैं, उन्हें रद्द करवाने के लिए बैठे हुए हैं। सरकार को बिना किसी सोचे समझे या बिना किसी और देरी किए इन तीनों कानूनों को रद्द कर देना चाहिए, क्योंकि यदि किसान ही नहीं मान रहे हैं जिनके लिए आप ये कानून लाए हो तो फिर आप इन्हें उन पर क्यों थोपना चाहते हो। अमृतसर से D4 न्यूज़ के लिए दीपक भंडारी की खास रिपोर्ट।